सत श्री अकाल। मैं ਤੁਹਾਡਾ ਦੋਸਤ ਅਤੇ ਹੋਸਟ ਰਾਜ। ਸਵਾਗਤ ਹੈ ਤੁਹਾਡਾ RES ਪਾਵਰਾਜ ਐਜੂਕੇਸ਼ਨ ਸਟੂਡੀਓ ਦੇ ਵਿੱਚ। ਆਪਾਂ ਪਿਛਲੀ ਵੀਡੀਓ ਜੋ ਸਾਂਝੀ ਕੀਤੀ ਹੈ, ਪਿਛਲਾ ਲੈਕਚਰ ਜੋ ਸਾਂਝਾ ਕੀਤਾ ਹੈ, ਉਹ ਸੀ ਵਿਆਕਰਨ ਤੇ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਆਪਾਂ ਨੇ ਗੱਲ ਕੀਤੀ ਸੀ ਕਿ ਵਿਆਕਰਨ ਦੇ ਚਾਰ ਮੁੱਖ ਅੰਗ ਹਨ। ਚਾਹੇ ਅਸੀਂ ਉਹਦੇ ਅੰਗਾਂ ਦੀ ਗੱਲ ਕਰੀਏ, ਚਾਹੇ ਅਸੀਂ ਮੁੱਖ ਅੰਗਾਂ ਦੀ ਗੱਲ ਕਰੀਏ, ਬਰਾਬਰ ਹੀ ਹੈ, ਕਿਉਂਕਿ ਨਿਮਨ ਅੰਗ ਵਿਆਕਰਨ ਦਾ ਕੋਈ ਨਹੀਂ ਹੈ। ਸਾਰੇ ਅੰਗ ਜਿਹੜੇ ਹੈਗੇ ਨੇ ਉਹ ਮੁੱਖ ਨੇ। ਤੇ ਉਹਨਾਂ ਵਿੱਚ ਆਪਾਂ ਨੇ ਦੇਖਿਆ ਸੀ ਕਿ ਪਹਿਲਾ ਹੈ ਸਾਡੇ ਕੋਲੇ ਧੁਨੀ, ਫਿਰ ਹੈ ਸਾਡੇ ਕੋਲੇ ਸ਼ਬਦ, ਫਿਰ ਹੈ ਸਾਡੇ ਕੋਲੇ ਵਾਕ ਤੇ ਅਖੀਰਲਾ ਹੈ ਸਾਡੇ ਕੋਲੇ ਅਰਥ। ਸੋ ਪਹਿਲੇ ਭਾਗ ਨੂੰ ਲੈ ਕੇ ਤੁਹਾਡੇ ਸਨਮੁਖ ਹੈ। ਪਹਿਲਾ ਭਾਗ ਹੈ ਧੁਨੀ। ਧੁਨੀ ਦਾ ਬੋਧ ਕਰਵਾਉਂਦੇ ਭਾਗ ਨੂੰ ਅਸੀਂ ਧੁਨੀ ਬੋਧ ਕਹਿ ਦਿੰਦੇ ਹਾਂ। ਧੁਨੀ ਦੇ ਬਾਰੇ ਜਦੋਂ ਗੱਲ ਸ਼ੁਰੂ ਹੁੰਦੀ ਆ ਤਾਂ ਧੁਨੀ ਦੇ ਸੰਬੰਧ ਵਿੱਚ ਸਭ ਤੋਂ ਪਹਿਲਾ ਜੋ ਕਥਨ ਹੈ ਉਹ ਇਹ ਹੈ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜੋ ਹੈ ਉਹ ਧੁਨੀ ਹੈ। ਉਸ ਧੁਨੀਆਂ ਤੋਂ ਅੱਗੇ ਜੁੜ ਕੇ ਮਿਲ ਕੇ ਸ਼ਬਦ ਬਣਦੇ ਨੇ ਤੇ ਸ਼ਬਦਾਂ ਤੋਂ ਵਾਕ ਤੱਕ ਦਾ ਸਫ਼ਰ ਵਿਆਕਰਨ ਦੇ ਵਿੱਚ ਹੁੰਦਾ ਹੈ। ਧੁਨੀ ਬਾਰੇ ਗੱਲ ਕਰਦੇ ਹਾਂ ਅਸੀਂ ਇੱਥੇ ਦੇਖਾਂਗੇ ਕਿ ਸਭ ਤੋਂ ਛੋਟੀ ਇਸ ਇਕਾਈ ਦੇ ਅੱਗੇ ਦੋ ਭਾਗ ਨੇ। ਇੱਕ ਦੇ ਵਿੱਚ ਸਾਡੇ ਕੋਲੇ ਸਵਰ ਨੇ, ਦੂਸਰੇ ਵਿੱਚ ਸਾਡੇ ਕੋਲੇ ਵਿਅੰਜਨ ਨੇ। ਜਦੋਂ ਅਸੀਂ ਸਵਰ ਦੇ ਸੰਬੰਧ ਵਿੱਚ ਗੱਲ ਕਰਦੇ ਹਾਂ ਤਾਂ ਸਵਰ ਅੱਗੇ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਨੇ। ਪਹਿਲਾ ਹੈ ਸਾਡੇ ਕੋਲੇ ਹਰਸਵ ਜਾਂ ਲਘੂ, ਦੂਸਰਾ ਹੈ ਸਾਡੇ ਕੋਲੇ ਦੀਰਘ। ਹੁਣ ਅਸੀਂ ਜਦੋਂ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਤਾਂ ਕਿਤੇ ਨਾ ਕਿਤੇ ਤਕਨੀਕੀ ਸ਼ਬਦਾਂ ਨੂੰ ਥੋੜਾ ਜਿਹਾ ਲਾਂਭੇ ਹਟਾ ਕੇ ਫਿਰ ਗੱਲ ਕਰਨੀ ਬਣਦੀ ਆ, ਕਿਉਂਕਿ ਭਾਸ਼ਾ ਜਿੰਨੀ ਸੌਖੀ ਹੋਊਗੀ ਉਨੀ ਸਮਝ ਲੱਗੂਗੀ, ਜਿੰਨੀ ਸਮਝ ਲੱਗੂਗੀ ਉਹਨਾਂ ਅਸੀਂ ਵਿਆਕਰਨ ਨੂੰ ਚੰਗੇ ਤਰੀਕੇ ਨਾਲ ਅਪਣਾ ਸਕਦੇ ਹਾਂ, ਸਮਝ ਸਕਦੇ ਹਾਂ, ਵਰਤ ਸਕਦੇ ਹਾਂ। ਹਰਸਵ ਜਾਂ ਲਘੂ ਤੋਂ ਭਾਵ ਸਾਡਾ ਹੈ ਇਸ ਦੇ ਛੋਟੇ ਰੂਪ ਤੋਂ। ਇਸ ਨੂੰ ਇੱਕ ਕੋਡ ਦੇ ਰੂਪ ਵਾਂਗ ਯਾਦ ਕੀਤਾ ਜਾ ਸਕਦਾ ਹੈ ਕਿ ਜੋ ਇਸ ਦਾ ਛੋਟਾ ਰੂਪ ਹੈ, ਜਿੱਥੇ ਇਸ ਦੇ ਉਚਾਰਨ ਦੇ ਸਮੇਂ ਘੱਟ ਸਮਾਂ ਲੱਗਦਾ ਹੈ। ਇਹਦੇ ਵਿੱਚ ਸਾਡੇ ਕੋਲ ਤਿੰਨ ਧੁਨੀਆਂ ਨੇ, ਉ, ਅ, ਈ। ਜਿਨ੍ਹਾਂ ਨੇ ਮਹਾਰਤੀ ਨੂੰ ਚੰਗੇ ਤਰੀਕੇ ਨਾਲ ਗਾਇਆ, ਚੰਗੇ ਤਰੀਕੇ ਨਾਲ ਪੜ੍ਹਿਆ, ਉਹਨਾਂ ਨੂੰ ਧੁਨੀ ਨੂੰ ਸਮਝਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਹੁਣ ਅਸੀਂ ਗੱਲ ਕੀਤੀ ਹੈ ਕਿ ਹਰਸਵ ਲਘੂ ਜਾਂ ਛੋਟੀਆਂ ਧੁਨੀਆਂ ਸਾਡੇ ਕੋਲ ਤਿੰਨ ਨੇ, ਜਿਨ੍ਹਾਂ ਨੂੰ ਬੋਲਦੇ ਸਮੇਂ ਸਮਾਂ ਘੱਟ ਲੱਗਦਾ ਹੈ। ਉਹਦੇ ਵਿੱਚ ਸਾਡੇ ਕੋਲ ਪਿਆ ਉ, ਅ ਤੇ ਈ। ਬਾਕੀ ਜੋ ਇਸ ਦੇ 10 ਬਾਕੀ ਧੁਨੀਆਂ ਨੇ ਉਹਨਾਂ ਨੂੰ ਅਸੀਂ ਦੀਰਘ ਭਾਵ ਵੱਡੀਆਂ ਧੁਨੀਆਂ ਦੇ ਵਿੱਚ, ਲੰਮੀਆਂ ਧੁਨੀਆਂ ਦੇ ਵਿੱਚ ਲੈ ਕੇ ਚੱਲਦੇ ਹਾਂ, ਕਿਉਂਕਿ ਉਹਨਾਂ ਦੇ ਉਚਾਰਨ ਦੇ ਸਮੇਂ ਜਿਹੜਾ ਸਮਾਂ ਉਹ ਲਘੂ ਜਾਂ ਹਰਸਵ ਧੁਨੀਆਂ ਤੋਂ ਦੁੱਗਣਾ ਲੱਗਦਾ ਹੈ। ਅਸੀਂ ਜਦੋਂ ਇਹਦੇ ਵਿੱਚ ਇਸ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਕੋਲ 10 ਧੁਨੀਆਂ ਦਾ ਪੈਟਰਨ ਸਾਹਮਣੇ ਪਿਆ ਰਹਿੰਦਾ ਹੈ। ਇਹਨੂੰ ਅਸੀਂ ਉਚਾਰਦੇ ਹਾਂ ਅ, ਜਿਹਨੂੰ ਅਸੀਂ ਮੁਕਤਾ ਦੇ ਰੂਪ ਦੇ ਵਿੱਚ ਵੀ ਲੈਂਦੇ ਹਾਂ ਅ। ਉਸ ਤੋਂ ਹੈ ਬਾਅਦ ਆ, ਫਿਰ ਈ, ਫਿਰ ਈ, ਉਸ ਤੋਂ ਬਾਅਦ ਹੈ ਉ, ਫਿਰ ਊ, ਏ, ਐ। ਉਹ ਉੜੇ ਨੂੰ ਖੁੱਲੇ ਤੋਂ ਜਿਹੜੀ ਆਵਾਜ਼ ਨਿਕਲ ਕੇ ਸਾਹਮਣੇ ਆਉਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲੇ ਔ। ਇੱਥੇ ਆ ਕੇ ਸਾਨੂੰ ਜਿਹੜੀ ਚੀਜ਼ ਸਮਝਣ ਵਾਲੀ ਹੈ ਉਹ ਸਾਨੂੰ ਜਾਣਕਾਰੀ ਦਿਵਾਉਂਦੇ ਨਾਲ ਹਿੰਦੀ ਦੀ ਕਿਵੇਂ ਦਿਵਾਉਂਦੀ ਹੈ। ਜਿਨ੍ਹਾਂ ਵਿਅਕਤੀਆਂ ਦਾ ਉਚਾਰਨ ਲਹਿਜ਼ਾ ਕਿਤੇ ਨਾ ਕਿਤੇ ਸਪਸ਼ਟ ਨਹੀਂ ਹੁੰਦਾ, ਉਹ ਇਹਨਾਂ ਨੂੰ ਮਿਕਸ ਕਰਦੇ ਹੈ। ਮਿਕਸ ਵਾਲਾ ਚੀਜ਼ ਇਹ ਹੈ। ਮਿਕਸ ਵਾਲਾ ਚੀਜ਼ ਕਿਵੇਂ ਹੈ? ਹਿੰਦੀ ਨੂੰ ਟੱਚ ਵਾਲੇ ਵਿਅਕਤੀ, ਪੰਜਾਬੀ ਬੋਲਦੇ ਵਿਅਕਤੀ ਇਸ ਦੀ ਥਾਂ ਤੇ ਖੁੱਲੇ ਓ ਦੀ ਵਰਤੋਂ ਕਰਦੇ ਆ। ਉਦਾਹਰਨ ਸਾਡੇ ਕੋਲ ਸਹੀ ਸ਼ਬਦ ਜੋ ਹੈ, ਜੋ ਸਹੀ ਰੂਪ ਦਾ ਸ਼ਬਦ ਹੈ ਉਹ ਹੈ ਕੌਲੀ, ਜਿਹਨੂੰ ਅਸੀਂ ਇਸ ਦੇ ਨਾਲ ਦਰਸਾਤਾ। ਉਹਨਾਂ ਦੁਆਰਾ ਕੀ ਬੋਲਿਆ ਜਾਂਦਾ? ਕੋਲੀ। ਉੱਥੇ ਆ ਕੇ ਉੜੇ ਦਾ ਮੂੰਹ ਬੋਲ ਦਿੰਦੇ ਨੇ ਕੋ, ਕੋਲੀ। ਦੂਸਰਾ ਸ਼ਬਦ ਵਰਤਿਆ ਜਾਂਦਾ ਚੌਲ ਦੇ ਵਾਸਤੇ। ਸਾਡੇ ਮਾਲਵੇ ਵਿੱਚੋਂ ਵਰਤੇ ਜਾਂਦਾ ਸ਼ਬਦ ਹੈ ਚੌਲ। ਲ ਨਾਲ ਲ ਦੀ ਵਜ੍ਹਾ ਕੀ ਹੈ? ਪੈਨ ਵਿੱਚ ਮੇਰੀ ਯਾਦ ਰੱਖਣੀ ਪਵੇਗੀ। ਚੌਲ। ਹਿੰਦੀ ਟੱਚ ਨੂੰ ਵਰਤਣ ਵਾਲੇ ਇਸ ਨੂੰ ਵਰਤਦੇ ਨੇ
ਚੋਲ। ਜਿੱਥੇ ਸਾਡੇ ਕੋਲੇ ਘਨੌੜਾ ਸਹੀ ਰੂਪ ਦੇ ਵਿੱਚ ਆਉਂਦਾ ਹੈ, ਉੱਥੇ ਗਲਤ ਤਰੀਕੇ ਦੇ ਵਿੱਚ ਉਚਾਰਨ ਕਰਨ ਸਮੇਂ ਖੋੜਾ ਵਰਤ ਲਿਆ ਜਾਂਦਾ ਹੈ। ਸੋ ਇੱਥੋਂ ਇਹ ਵਖਰੇਵੇਂ ਸਪਸ਼ਟ ਹੋ ਜਾਂਦੇ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰ ਦਿਆਂਗੇ ਵਿਅੰਜਨ ਧੁਨੀਆਂ ਦੀ। ਵਿਅੰਜਨ ਧੁਨੀਆਂ ਦੇ ਵਿੱਚ ਕੀ ਹੈ ਸਾਡੇ ਕੋਲੇ ਕਿ ਜੋ ਊੜਾ, ਐੜਾ, ਈੜੀ ਤਿੰਨ ਅੱਖਰਾਂ ਨੂੰ ਛੱਡ ਕੇ ਬਾਕੀ ਦੇ ਜਿਹੜੇ ਵੀ ਅੱਖਰ ਹਨ ਉਹ ਸਾਰਿਆਂ ਦੀ ਗਿਣਤੀ ਅਸੀਂ ਵਿਅੰਜਨ ਧੁਨੀਆਂ ਦੇ ਵਿੱਚ ਕਰਦੇ ਹਾਂ। ਜਿਵੇਂ ਕਿ ਸਾਡੇ ਕੋਲੇ ਅੱਜ ਦੇ ਸਮੇਂ 41 ਨੇ, 41 ਦੇ ਵਿੱਚ ਊੜਾ, ਐੜਾ, ਈੜੀ ਅਸੀਂ ਤਿੰਨ ਮਾਈਨਸ ਕਰ ਦਿੰਦੇ ਹਾਂ ਤੇ ਵਿਅੰਜਨਾਂ ਦੀ ਗਿਣਤੀ ਜਿਹੜੀ ਹੋ ਜਾਂਦੀ ਹੈ ਉਹ 38 ਹੋ ਜਾਂਦੀ ਹੈ। ਪਰ ਜਦੋਂ ਅਸੀਂ ਇਸ ਦੀ ਹੋਰ ਡੀਪ ਸਟੱਡੀ ਕਰਦੇ ਹਾਂ ਉੱਥੇ ਅਸੀਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਯਯ ਤੇ ਬਾਬਾ ਇਹਨਾਂ ਦੀ ਵਰਤੋਂ ਨੂੰ ਦੇਖਦਿਆਂ ਵਿਅੰਜਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਨਹੀਂ ਹੁੰਦੀ। ਇਹਨਾਂ ਦੀ ਗਿਣਤੀ ਸਾਡੇ ਕੋਲੇ ਅੱਧ ਸਵਰ ਧੁਨੀਆਂ ਦੇ ਵਿੱਚ ਹੁੰਦੀ ਆ। ਇਸ ਨੂੰ ਦੂਸਰੇ ਤਰੀਕੇ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਦੀ ਗਿਣਤੀ ਅੱਧ ਵਿਅੰਜਨ ਦੇ ਵਿੱਚ ਵੀ ਹੋ ਸਕਦੀ ਹੈ ਜਾਂ ਕਹਿ ਲਈਏ ਅੱਧ ਸਵਰ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਗਿਣ ਲੈਂਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਸਮਝਣ ਵਾਲੀ ਚੀਜ਼ ਹੈ ਇਹ ਸਾਡੇ ਕੋਲੇ ਇਹ ਪੰਜ ਉਹ ਵਿਅੰਜਨ ਨੇ ਜਿਨ੍ਹਾਂ ਨੂੰ ਅਸੀਂ ਨਾਸਿਕ ਕਹਿੰਦੇ ਹਾਂ। ਇੰਗਲਿਸ਼ ਦੇ ਵਿੱਚ ਇਸ ਨੂੰ ਨੈਜ਼ਲਾਈਜੇਸ਼ਨ ਕਿਹਾ ਜਾਂਦਾ ਹੈ। ਨੈਜ਼ਲਾਈਜੇਸ਼ਨ ਦੇ ਨਾਮ ਨਾਲ ਜਾਣੇ ਜਾਂਦੇ ਆ ਕਿ ਧੁਨੀਆਂ ਦਾ ਉਚਾਰਨ ਸਾਡੇ ਸਰੀਰ ਦੇ ਭਾਗ ਨੱਕ ਦੇ ਰਾਹੀਂ ਇਹਨਾਂ ਦਾ ਉਚਾਰਨ ਹੁੰਦਾ ਹੈ, ਜਿਨ੍ਹਾਂ ਨੂੰ ਬੋਲਦੇ ਸਮੇਂ ਜਿਹੜੀ ਸਾਡੇ ਫੇਫੜਿਆਂ ਦੇ ਵਿੱਚੋਂ ਨਿਕਲਦੀ ਹੋਈ ਹਵਾ ਗੀ ਉਹ ਨੱਕ ਦੇ ਰਾਹੀਂ ਬਾਹਰ ਨਿਕਲਦੀ ਆ ਤਾਂ ਉਹਦੇ ਵਿੱਚੋਂ ਸਾਡੇ ਕਿਤੇ ਨਾ ਕਿਤੇ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਗੁਣਗੁਣਾਉਣਾ ਜਾਂ ਗੁਣਗੁਣਾਉਂਦਾ ਸ਼ਬਦ ਵਰਤੇ ਜਾਂਦੇ ਨੇ, ਉਹਨਾਂ ਦੀ ਆਵਾਜ਼ ਮਿਲ ਕੇ ਇਹਨਾਂ ਦੇ ਨਾਲ ਨਿਕਲਦੀ ਹੈ ਤਾਂ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਿਹੜੇ ਸ਼ਬਦ ਨੇ ਉਹਨਾਂ ਦੀ ਜਿਹੜੀ ਵਰਤੋਂ ਉਹ ਨੈਜ਼ਲਾਈਜੇਸ਼ਨ ਦੇ ਵਿੱਚ ਹੁੰਦੀ ਹੋਈ ਨਾਸਿਕ ਧੁਨੀਆਂ ਦੀ ਵਰਤੋਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਉਸ ਤੋਂ ਬਾਅਦ ਜੋ ਇੱਕ ਚੀਜ਼ ਯਾਦ ਰੱਖਣ ਵਾਲੀ ਹੈ ਉਹ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪੰਜ ਸਾਡੇ ਕੋਲ ਧੁਨੀਆਂ ਐਸੀਆਂ ਨੇ ਵਿਅੰਜਨ ਧੁਨੀਆਂ ਜਿਨ੍ਹਾਂ ਦੇ ਨਾਲ ਪੰਜਾਬੀ ਦਾ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਉਹਨਾਂ ਵਿੱਚੋਂ ਹੈ ਇਹ ਤੇ ਇਹ। ਜਾਨੀ ਕਿ ਅਸੀਂ ਨੰਨਾ ਤੇ ਮੰਮਾ ਨਾਸਿਕ ਧੁਨੀਆਂ ਨੂੰ ਛੱਡ ਕੇ ਬਾਕੀ ਦੀਆਂ ਤਿੰਨ ਨਾਸਿਕ ਧੁਨੀਆਂ ਅਸੀਂ ਉਸ ਦੇ ਥਾਂ ਤੇ ਆਏ ਹੋਏ ਰਾੜਾ ਤੇ ਲੱਲੇ ਦਾ ਰੰਗੀੜ ਜਿਹੜਾ ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਵਰਤਿਆ ਜਾਣ ਵਾਲਾ ਸ਼ਬਦ ਹੈ, ਜ਼ਿਆਦਾ ਵਰਤੀ ਜਾਣ ਵਾਲੀ ਧੁਨੀਆਂ ਉਹਨੂੰ ਅਸੀਂ ਅਟੈਚ ਕਰਦੇ ਹਾਂ। ਤੇ ਇਹ ਪੰਜ ਧੁਨੀਆਂ ਉਹ ਨੇ ਜਿਨ੍ਹਾਂ ਦੀ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਦੇ ਵਿੱਚ ਕਿਸੇ ਵੀ ਸ਼ਬਦ ਦੀ ਸ਼ੁਰੂਆਤ ਇਹਨਾਂ ਧੁਨੀਆਂ ਤੋਂ, ਇਹਨਾਂ ਅੱਖਰਾਂ ਤੋਂ ਨਹੀਂ ਹੁੰਦੀ। ਸੋ ਇਹ ਸਾਰੀ ਜਾਣਕਾਰੀ ਨੂੰ ਤੁਸੀਂ ਜਦੋਂ ਦੇਖਦੇ ਹੋਗੇ ਤਾਂ ਅੱਗੇ ਜੋ ਸਾਡੇ ਸਾਹਮਣੇ ਇੱਕ ਚੀਜ਼ ਨਿਕਲ ਕੇ ਆਉਂਦੀ ਆ ਉਹ ਇਹ ਹੈ ਕਿ ਸਵਰ ਤੇ ਵਿਅੰਜਨ ਦੇ ਵਿਚਲਾ ਵਖਰੇਵਾਂ ਅਸੀਂ ਜ਼ਰੂਰ ਦੇਖਦੇ ਹਾਂਗੇ। ਵਖਰੇਵਾਂ ਕੀ ਆ? ਜਦੋਂ ਫੇਫੜਿਆਂ ਦੇ ਵਿੱਚੋਂ ਨਿਕਲ ਰਹੀ ਹਵਾ ਬੇਰੋਕ, ਸ਼ਬਦ ਮੈਂ ਸਟ੍ਰੈਸ ਕਰ ਰਿਹਾ, ਬੇਰੋਕ ਔਰ ਕਿਸੇ ਵੀ ਤਰ੍ਹਾਂ ਦੀ ਰੋਕ ਤੋਂ ਬਿਨਾ ਬਾਹਰ ਨਿਕਲ ਜਾਂਦੀ ਆ, ਉਹ ਸਵਰ ਧੁਨੀਆਂ ਅਖਵਾਉਂਦੀਆਂ ਜਿਹੜੀ ਉਹ ਆਵਾਜ਼ ਹੁੰਦੀ ਹੈ। ਜਦੋਂ ਫੇਫੜਿਆਂ ਦੇ ਰਾਹੀਂ ਬਾਹਰ ਨਿਕਲ ਰਹੀ ਹਵਾ ਮੂੰਹ ਦੇ ਕਿਸੇ ਆਰਗਨ ਦੇ ਨਾਲ, ਮੂੰਹ ਦੇ ਕਿਸੇ ਅੰਗ ਦੇ ਨਾਲ ਟਕਰਾਉਂਦੀ ਆ, ਉਹ ਵਿਅੰਜਨ ਧੁਨੀਆਂ ਹੁੰਦੀਆਂ ਨੇ। ਉਹਨਾਂ ਦੀ ਜਿਹੜੀ ਵੰਡ ਹੈਗੀ ਆ ਉਹ ਅਸੀਂ ਇਹਨਾਂ ਦੇ ਟਕਰਾਉਣ ਦੇ ਅੰਗ ਦੇ ਨਾਮ ਦੇ ਨਾਲ ਹੀ ਕਰਦੇ ਹਾਂ। ਜਿਵੇਂ ਸਾਡੇ ਕੋਲ ਕੋਮਲ ਤਾਲ ਦੀ ਧੁਨੀਆਂ ਨੇ, ਕੋਮਲ ਤਾਲ ਦੇ ਨਾਲ ਜਿਹੜੀਆਂ ਧੁਨੀਆਂ ਟਕਰਾਉਂਦੀਆਂ ਨੇ ਉਹ ਕਿਹੜੀਆਂ ਨੇ? ਕ, ਖ, ਗ। ਕਠੋਰ ਤਾਲ ਦੇ ਨਾਲ ਆਉਂਦੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਅਸੀਂ ਦੇਖਦੇ ਹਾਂਗੇ। ਚ, ਸ਼, ਜ। ਉਲਟੀ ਤੋਂ ਸਿੱਧੀ ਜੀਵ ਹੋ ਕੇ ਜਿਹੜੀਆਂ ਧੁਨੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦਾ ਉਚਾਰਨ ਹੁੰਦਾ ਹੈ ਉਹ ਹੈ ਟ, ਟ, ਡ। ਉਸ ਤੋਂ ਬਾਅਦ ਦੰਦਾਂ ਦੇ ਅੰਦਰ
ਇਧਰਲੇ ਪਾਸੇ ਭਾਵ ਉੱਪਰਲੇ ਪਠਾਰ ਤੋਂ ਦੰਦਾਂ ਦੇ ਵਾਲੇ ਪਾਸੇ ਜੋ ਧੁਨੀਆਂ ਟਕਰਾ ਕੇ ਪੈਦਾ ਹੁੰਦੀਆਂ ਨੇ ਉਹਨੂੰ ਅਸੀਂ ਦੇਖਦੇ ਹਾਂ ਟ ਥ ਦ। ਬੁੱਲਾਂ ਦੇ ਨਾਲ ਜਾਂ ਕੋਟੀ ਧੁਨੀਆਂ ਜਿਹਨੂੰ ਅਸੀਂ ਕਹਿ ਕੇ ਚੱਲਦੇ ਹਾਂ ਉਹ ਸਾਡੇ ਕੋਲ ਤਿੰਨ ਹੁੰਦੀਆਂ ਨੇ। ਪ ਫ ਬ, ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਦੋਵੇਂ ਬੁੱਲ ਆਪਸ ਦੇ ਵਿੱਚ ਜੁੜਦੇ ਨੇ। ਜਾਂ ਪਹਿਲਾਂ ਜਿਵੇਂ ਕਹਾਵਤ ਹੁੰਦੀ ਸੀ ਕਿ ਪਾਪਾ ਬੋਲਦੀ ਦੀ ਲਿਪਸਟਿਕ ਲੈਂਦੀ, ਡੈਡੀ ਡੈਡੀ ਮੈਂ ਬੋਲਦੀ, ਇੱਕ ਬੋਲੀ ਵੀ ਸੀ। ਤਾਂ ਇੱਥੋਂ ਵੀ ਸਾਡੇ ਫੋਕਲੋਰ ਦੇ ਵਿੱਚ, ਸਾਡੇ ਵਿਰਸੇ ਦੇ ਵਿੱਚ, ਸਾਡੀ ਵਿਰਾਸਤ ਦੇ ਵਿੱਚ, ਸਾਡੀਆਂ ਬੋਲੀਆਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਐਵੇਂ ਦੀ ਬਿਆਨ ਹੁੰਦੀ ਪਈ ਆ। ਜੇਕਰ ਅਸੀਂ ਇਹਨੂੰ ਥੋੜਾ ਜਿਹਾ ਡੂੰਘੇ ਤਰੀਕੇ ਨਾਲ ਦੇਖਦੇ ਹਾਂ, ਅਸੀਂ ਸਮਝਦੇ ਹਾਂ, ਸਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਜਿਹੜੀਆਂ ਬੁੱਲਾਂ ਦੀ ਭੂਮਿਕਾ ਨਿਭਾਉਂਦੀਆਂ ਵਾਲੇ ਧੁਨੀਆਂ ਨੇ ਉਹ ਪੱਪਾ ਪੱਪਾ ਬੱਬਾ ਦੇ ਵਿੱਚੋਂ ਨੇ। ਹੁਣ ਕਈ ਵਾਰੀ ਜਿਹੜੇ ਵੱਡੀਆਂ ਜਮਾਤਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਯਾਦ ਕਰਨ ਦੀ ਸਮੱਸਿਆ ਆਉਂਦੀ ਹੈ ਕਿ ਅਸੀਂ ਕੋਮਲ ਤਾਲ ਨੂੰ ਕਿਵੇਂ ਯਾਦ ਕਰੀਏ, ਕਠੋਰ ਤਾਲ ਨੂੰ ਕਿਸ ਤਰੀਕੇ ਨਾਲ ਯਾਦ ਕਰੀਏ। ਤਾਂ ਉਹਦੇ ਇੱਕ ਕੋਡ ਹੈ, ਤੁਹਾਨੂੰ ਅੱਜ ਕੋਡ ਦੱਸ ਦੇਗੇ ਆਪਾਂ। ਇਹਨਾਂ ਨੂੰ ਤੁਸੀਂ ਇਸੇ ਪੈਟਰਨ ਦੇ ਵਿੱਚ ਯਾਦ ਕਰਦੇ ਹੋ, ਇਸੇ ਤਰਤੀਬ ਦੇ ਵਿੱਚ ਯਾਦ ਕਰਦੇ ਹੋ। ਅੱਗੇ ਆ ਕੇ ਸਾਡੇ ਕੋਲ ਕੋਡ ਬਣ ਜਾਂਦਾ। ਕੋਡ ਹੈ ਕਚਕ ਤਪ। ਸਾਡੇ ਕੋਲ ਕੋਡ ਹੈ ਕਚਕ ਤਪ। ਕ ਚ ਟ ਤ ਪ। ਕਚਕ ਤਪ ਜਾਨੀ ਕਿ ਸਾਰੇ ਦੀ ਸਾਰੀ ਇਸ ਬੰਦਗੀ ਦੇ ਵਿੱਚ ਅਸੀਂ ਪਹਿਲਾ ਅੱਖਰ ਚੱਕਿਆ ਤੇ ਇੱਕ ਸ਼ਬਦ ਬਣਾ ਲਿਆ ਉਹਦਾ ਕਚਕ ਤਪ। ਇਸ ਇਕੱਲੇ ਸ਼ਬਦ ਦੇ ਨਾਲ ਤੁਸੀਂ ਸਾਰੇ ਧੁਨੀਆਂ ਯਾਦ ਕਰ ਸਕਦੇ ਹੋਗੇ। ਤਾਂ ਇਹ ਹੈ ਅੱਜ ਦਾ ਸਾਰਾ ਚੌਕਠਾ ਜਿਹਨੂੰ ਸਮਝ ਕੇ ਤੁਸੀਂ ਧੁਨੀ ਬੋਧ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਸੋ ਆਸ ਹੈ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਮਝਣ ਦਾ ਯਤਨ ਕਰੋਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਸਾਥੀਆਂ ਤੱਕ ਇਸ ਨੂੰ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।